Good morning students, how are you? Hope you all are good. Students, ਅੱਜ ਅਸੀਂ ਕਰਾਂਗੇ 10th ਕਲਾਸ ਦਾ ਮੇਨ ਕੋਰਸ ਦਾ ਲੈਸਨ ਸੀਕ੍ਰੇਟ ਆਫ ਹੈਪੀਨੈਸ। ਇਸ ਲੈਸਨ ਦੇ ਵਿੱਚ ਅਸੀਂ ਇਹਨੂੰ ਬੜੇ ਬਰੀਫ ਦੇ ਵਿੱਚ ਇਸ ਦੀ ਪੰਜਾਬੀ ਕਰਾਂਗੇ ਅਤੇ ਇਸ ਦੇ ਨਾਲ ਦੀ ਨਾਲ ਸ਼ਾਰਟ ਕੁਐਸਚਨ ਵੀ ਕਰਾਂਗੇ ਅਸੀਂ, ਜਿਹੜੇ ਕਿ ਤੁਹਾਨੂੰ ਪੇਪਰ ਦੇ ਵਿੱਚ ਹੈਲਪਫੁਲ ਹੋਣਗੇ। ਸਟੂਡੈਂਟਸ, ਇਹ ਲੈਸਨ ਨੋਰਮਨ ਵਿੰਸੈਂਟ ਪੀਲ ਦੁਆਰਾ ਲਿਖਿਆ ਗਿਆ। ਜਿਹੜੇ ਨੋਰਮਨ ਵਿੰਸੈਂਟ ਪੀਲ ਸਨ, ਇਹ ਅਮਰੀਕਨ ਮਿਨਿਸਟਰ ਵੀ ਸਨ ਅਤੇ ਇੱਕ ਚੰਗੇ ਲੇਖਕ ਵੀ ਸਨ। ਨੋਰਮਨ ਵਿੰਸੈਂਟ ਪੀਲ ਨੇ ਆਪਣੀਆਂ ਲਿਖਤਾਂ ਦੇ ਵਿੱਚ ਲੋਕਾਂ ਨੂੰ ਇਹ ਮੋਟੀਵੇਟ ਕੀਤਾ ਕਿ ਉਹ ਹਮੇਸ਼ਾ ਪੋਜ਼ਿਟਿਵ ਹੀ ਸੋਚਣ। ਇਹਨਾਂ ਨੇ ਇੱਕ ਬੁੱਕ ਲਿਖੀ ਸੀ ਦ ਨਿਊ ਆਰਟ ਆਫ ਲਿਵਿੰਗ, ਜਿਹਦੇ ਵਿੱਚ ਇਹਨਾਂ ਨੇ ਜੋਸ਼ ਅਤੇ ਉਤਸ਼ਾਹ ਦੇ ਨਾਲ ਚਿੰਤਾ ਤੋਂ ਦੂਰ ਕਰਨ ਲਈ ਲੋਕਾਂ ਨੂੰ ਕਿਹਾ, ਮਨ ਦੀ ਸ਼ਾਂਤੀ ਬਣਾਈ ਰੱਖਣ ਦੀ ਲਈ ਕਿਹਾ ਉਹਨਾਂ ਨੇ, ਅਤੇ ਖੁਸ਼ੀਆਂ ਦੀ ਖੋਜ ਕਰਨ ਲਈ ਕਿਹਾ ਅਤੇ ਡਰ ਤੋਂ ਬਚਣ ਦੀ ਸਲਾਹ ਦਿੱਤੀ। ਜਿਹੜੀ ਇਹ ਬੁੱਕ ਸੀ ਦ ਨਿਊ ਆਰਟ ਆਫ ਲਿਵਿੰਗ, ਇਸ ਬੁੱਕ ਦੇ ਵਿੱਚੋਂ ਹੀ ਸਾਡਾ ਇਹ ਲੈਸਨ ਕੱਢਿਆ ਗਿਆ ਸੀਕ੍ਰੇਟ ਆਫ ਹੈਪੀਨੈਸ। ਤੇ ਇਹ ਜਿਹੜੀ ਬੁੱਕ ਹੈ, ਜਿਹੜਾ ਲੈਸਨ ਆ, ਇਹ 4 ਪਾਰਟਸ ਦੇ ਵਿੱਚ ਵੰਡਿਆ ਗਿਆ। ਇਹਦਾ ਪਹਿਲਾ ਪਾਰਟਸ ਹੈ ਡਾਇਨਾਮਿਕਸ ਆਫ ਸੈਲਫ ਰਿਅਲਾਈਜੇਸ਼ਨ। ਨੋਰਮਨ ਵਿੰਸੈਂਟ ਪੀਲ ਕਹਿੰਦੇ ਨੇ ਕਿ ਕਿਸੇ ਵੀ ਇੰਡੀਵਿਜੂਅਲ ਦੇ ਵਿੱਚ ਦੀ ਲਾਈਫ ਦੇ ਵਿੱਚ ਉਹ ਦਿਨ ਮਹਾਨ ਹੁੰਦਾ ਹੈ ਜਦੋਂ ਉਹ ਪਹਿਲੀ ਵਾਰੀ ਆਪਣੇ ਆਪ ਨੂੰ ਸੈਲਫ ਰਿਅਲਾਈਜ਼ ਕਰਦਾ, ਆਪਣੇ ਆਪ ਬਾਰੇ ਉਹ ਸਵੈ ਮੁਲਾਂਕਣ ਕਰਦਾ। ਸੈਲਫ ਰਿਅਲਾਈਜੇਸ਼ਨ ਅਸਲ ਹੁੰਦਾ ਕੀ ਹੈ ਬੱਚਿਓ? ਸੈਲਫ ਰਿਅਲਾਈਜੇਸ਼ਨ ਹੁੰਦਾ ਆਪਣੇ ਆਪ ਦੀ ਸਵੈ ਪੜਚੋਲ ਕਰਨੀ। ਇਹ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੇ ਇੰਟਰਸਟ ਬਾਰੇ ਜਾਂ ਕਿਹੜੀ ਚੀਜ਼ 'ਚ ਭਾਵ ਤੁਹਾਡਾ ਇੰਟਰਸਟ ਹੈਗਾ ਜਾਂ ਕਿਹੜੀ 'ਚ ਨਹੀਂ ਹੈਗਾ, ਇਸ ਤਰ੍ਹਾਂ ਸੋਚਦੇ ਹੋ। ਆਪਣੇ ਗੁਣ ਔਗਣ ਬਾਰੇ ਸੋਚਦੇ ਹੋ ਕਿ ਤੁਹਾਡੇ 'ਚ ਕਿਹੜੇ ਕਿਹੜੇ ਗੁਣ ਨੇ, ਕਿਹੜੇ ਕਿਹੜੇ ਔਗਣ ਨੇ, ਕਿਹੜੀ ਚੀਜ਼ 'ਚ ਤੁਹਾਡਾ ਇੰਟਰਸਟ ਹੈਗਾ, ਕਿਹੜੀ 'ਚ ਤੁਹਾਡਾ ਇੰਟਰਸਟ ਨਹੀਂ ਹੈਗਾ, ਕਿਹੋ ਜਿਹੇ ਲੋਕ ਤੁਹਾਨੂੰ ਪਸੰਦ ਹੈਗੇ ਨੇ, ਕਿਹੋ ਜਿਹੇ ਲੋਕ ਪਸੰਦ ਨਹੀਂ ਹੈਗੇ, ਕਿਹੜੀ ਚੀਜ਼ ਤੁਸੀਂ ਛੇਤੀ ਸਿੱਖਦੇ ਹੋ, ਕਿਹੜੀ ਚੀਜ਼ ਤੁਸੀਂ ਛੇਤੀ ਨਹੀਂ ਸਿੱਖਦੇ ਹੋ, ਤੁਹਾਡੇ ਵਿਸ਼ਵਾਸ ਕਿਹੜੇ ਨੇ, ਤੁਹਾਡੇ ਬਿਲੀਫ ਕਿਹੜੇ ਨੇ। ਜਦੋਂ ਇਨਸਾਨ ਆਪਦੇ ਬਾਰੇ ਇਹੋ ਜਿਹੀਆਂ ਗੱਲਾਂ ਸੋਚਦਾ ਹੈ, ਉਹਨੂੰ ਕਹਿੰਦੇ ਨੇ ਆਪਣਾ ਸਵੈ ਪੜਚੋਲ ਕਰਨੀ, ਆਪਣੇ ਆਪ ਨੂੰ ਸਵੈ ਰਿਅਲਾਈਜ਼ ਕਰਨਾ। ਬੱਚਿਓ, ਇਹ ਜ਼ਿੰਦਗੀ ਦੇ ਵਿੱਚ ਇਹ ਕਹਿੰਦੇ ਨੇ ਕਿ ਉਹ ਮਹਾਨ ਦਿਨ ਹੁੰਦਾ ਜਦੋਂ ਇਨਸਾਨ ਆਪਦੇ ਬਾਰੇ ਇਹ ਗੱਲਾਂ ਸੋਚਣੀਆਂ ਸ਼ੁਰੂ ਕਰਦਾ। ਬੱਚਿਓ, ਇਹ ਬਿਲਕੁਲ ਸੱਚੀਆਂ ਗੱਲਾਂ ਨੋਰਮਨ ਵਿੰਸੈਂਟ ਪੀਲ ਨੇ ਕੀਆਂ ਨੇ। ਜਦੋਂ ਤੁਸੀਂ ਆਪਣੇ ਆਪ ਦੀ ਸਵੈ ਘੋਖ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਤੁਹਾਡਾ ਪੂਰੇ ਦਾ ਪੂਰਾ ਸੀਸਾ ਸਾਹਮਣੇ ਆ ਜਾਂਦਾ ਹੈ ਕਿ ਆਖਿਰਕਾਰ ਤੁਸੀਂ ਹੈਗੇ ਕੀ ਹੋ। ਜਦੋਂ ਤੁਹਾਨੂੰ ਆਪਣੇ ਆਪ ਬਾਰੇ ਪੂਰਾ ਪਤਾ ਲੱਗ ਜਾਂਦਾ ਤਾਂ ਤੁਸੀਂ ਜ਼ਿੰਦਗੀ 'ਚ ਛੇਤੀ ਫੇਲ ਨਹੀਂ ਹੋ ਸਕਦੇ ਹੈਗੇ। ਇਹਨਾਂ ਨੇ ਇੱਕ ਆਪਣੇ ਕਾਲਜ ਫਰੈਂਡ ਦੀ ਉਦਾਹਰਨ ਨਾਲ ਦਿੱਤੀ ਹੈ। ਉਹ ਕਹਿੰਦੇ ਨੇ ਕਿ ਮੇਰਾ ਕਾਲਜ ਦਾ ਫਰੈਂਡ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਇੱਕ ਸਾਈਕੋਲੋਜੀ ਦੇ ਪ੍ਰੋਫੈਸਰ ਦੀ ਕਿ ਐਵਰੇਜ ਮੈਨ ਫੇਲ ਕਿਉਂ ਹੋ ਜਾਂਦਾ ਹੈ। ਤੇ ਉਸ ਸਾਈਕੋਲੋਜੀ ਦੇ ਪ੍ਰੋਫੈਸਰ ਨੇ ਇਹਦਾ ਕਾਰਨ ਦੱਸਿਆ ਕਿ ਐਵਰੇਜ ਮੈਨ ਫੇਲ ਇਸ ਕਰਕੇ ਹੋ ਜਾਂਦਾ ਕਿਉਂਕਿ ਆਮ ਲੋਕ ਨੇ ਜਿਹੜੇ ਐਵਰੇਜ ਮੈਨ ਆ, ਉਹ ਆਪਣੀਆਂ ਸ਼ਕਤੀਆਂ ਨੂੰ ਕੰਸੋਲੀਡੇਟ ਕਰਨਾ ਅਤੇ ਕੰਟਰੋਲ ਕਰਨਾ ਨਹੀਂ ਸਿੱਖਦਾ। ਜੇਕਰ ਉਹ ਕੰਟਰੋਲ ਕਰਨਾ ਅਤੇ ਉਹਨਾਂ ਨੂੰ ਕੰਸੋਲੀਡੇਟ ਕਰਨਾ ਸਿੱਖ ਜਾਵੇ ਤਾਂ ਇਨਸਾਨ ਫੇਲ ਨਹੀਂ ਹੁੰਦਾ। ਉਸ ਸਾਈਕੋਲੋਜੀ ਦੇ ਪ੍ਰੋਫੈਸਰ ਨੇ ਇੱਕ ਉਦਾਹਰਨ ਦਿੱਤੀ ਕਿ ਜਦੋਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੇਪਰ 'ਤੇ ਪੈਂਦੀਆਂ ਨੇ ਤਾਂ ਪੇਪਰ ਨੂੰ ਕੋਈ ਨੁਕਸਾਨ ਨਹੀਂ ਕਰ ਸਕਦੀਆਂ। ਉਹ ਜਦੋਂ ਅਸੀਂ ਸ਼ੀਸ਼ੇ ਦੁਆਰਾ ਉਹਨਾਂ ਨੂੰ ਕੰਟਰੋਲ ਕਰਕੇ ਕੰਸੋਲੀਡੇਟ ਕਰਕੇ ਪੇਪਰ 'ਤੇ ਪਾਉਂਦੇ ਹਾਂ, ਹੁੰਦਾ ਨਹੀਂ ਉਹ ਤਿੱਖਾ ਜਿਹਾ ਇੱਕ ਜਗ੍ਹਾ 'ਤੇ ਪੈਣ ਲੱਗ ਜਾਂਦਾ, ਸਾਰੀਆਂ ਕਿਰਨਾਂ ਇਕੱਠੀਆਂ ਹੋ ਕੇ ਤਾਂ ਉਹਦੇ ਵਿੱਚ ਇੱਕ ਹੋਲ ਪੈਦਾ ਕਰ ਦਿੰਦੀਆਂ ਨੇ। ਭਾਵ ਜਦੋਂ ਤੁਸੀਂ ਆਪਣੇ ਸਾਰੀਆਂ ਪਾਵਰਸ ਨੂੰ ਕੰਟਰੋਲ ਐਂਡ ਕੰਸੋਲੀਡੇਟ ਕਰਕੇ ਇੱਕ ਜਗ੍ਹਾ 'ਤੇ ਲਗਾ ਦਿੰਦੇ ਹੋ ਤਾਂ ਤੁਸੀਂ ਕੋਈ ਵੀ ਸਮੱਸਿਆ ਦੇ ਗੋ ਥਰੂ ਹੋ ਜਾਂਦੇ ਹੋ, ਉਸ ਨੂੰ ਹੱਲ ਕਰ ਦਿੰਦੇ ਹੋ। ਤੇ ਅੱਗੇ ਨੋਰਮਨ ਵਿੰਸੈਂਟ ਕਹਿੰਦੇ ਵੀ ਇੱਕ ਇਨਸਾਨ ਜਿਹੜਾ ਇੱਕ ਸਕਸੈਸਫੁਲ ਇਨਸਾਨ ਹੈ, ਉਹ ਉਦੋਂ ਹੀ ਕਾਮਯਾਬ ਹੁੰਦਾ ਜਦੋਂ ਆਪਣੀਆਂ ਉਹ ਡਿਸਪੀਏਟਡ ਪਾਵਰਸ ਨੂੰ ਅਤੇ ਫਿਊਟਿਲ ਪਾਵਰਸ ਨੂੰ, ਭਾਵ ਆਪਣੀਆਂ ਵਿਕੇਂਦਰਿਤ ਪਾਵਰਾਂ ਨੂੰ ਅਤੇ ਫਿਊਟਿਲ ਵਿਅਰਥ ਪਾਵਰਸ ਨੂੰ ਉਹ ਇੱਕ ਜਗ੍ਹਾ 'ਤੇ ਫੋਕਸ ਕਰ ਲੈਂਦਾ, ਫਿਰ ਉਹ ਕਾਮਯਾਬ ਹੋ ਜਾਂਦਾ ਹੈ। ਜਿਹੜਾ ਅਗਲਾ ਸਾਡਾ ਸੈਕੰਡ ਪਾਰਟ ਹੈਗਾ, ਯੂ ਆਰ ਗ੍ਰੇਟਰ ਦੈਨ ਯੂ ਥਿੰਕ। ਤੁਸੀਂ ਉਸ ਤੋਂ ਵੱਧ ਹੋ ਜਿੰਨਾ ਤੁਸੀਂ ਸੋਚਦੇ ਹੋ। ਇਸ ਪਾਰਟ ਦੇ ਵਿੱਚ ਨੋਰਮਨ ਵਿੰਸੈਂਟ ਸ਼ੁਰੂ ਕਰਦੇ ਨੇ ਵਿਲੀਅਮ ਜੇਮਸ, ਜਿਹੜਾ ਕਿ ਇੱਕ ਸਾਈਕੋਲੋਜਿਸਟ ਹੈ, ਉਸਦੇ ਰੈਫਰੈਂਸ ਦੇ ਨਾਲ। ਵਿਲੀਅਮ ਜੇਮਸ ਜੀ ਨੇ ਇਹ ਲਿਖਦੇ ਨੇ ਇੱਕ ਜਗ੍ਹਾ 'ਤੇ ਕਿ ਮੈਨ ਆਦਤਨ ਆਪਣਾ ਬਹੁਤ ਘੱਟ ਹਿੱਸਾ ਆਪਣੀ ਪਾਵਰਸ ਦਾ ਯੂਜ਼ ਕਰਦਾ।
ਜਿੰਨਾ ਕਿ ਉਹਦੇ ਕੋਲ ਹੁੰਦਾ ਹੈ। ਇਸ ਤਰ੍ਹਾਂ ਹੀ ਇੱਕ ਸਾਇੰਟਿਸਟ ਨੇ ਰਿਪੋਰਟ ਦਿੱਤੀ ਕਿ ਐਵਰੇਜ ਮੈਨ ਆ ਜਿਹੜਾ ਸਿਰਫ ਉਹ 20% ਹੀ ਆਪਣੀ ਪਾਵਰਸ ਦਾ ਹਿੱਸਾ ਯੂਜ਼ ਕਰਦਾ, ਬਾਕੀ 80% ਪਾਵਰ ਆ ਜਿਹੜੀ ਉਹਦੀ ਵੇਸਟ ਪਈ ਰਹਿੰਦੀ ਹੈ। ਆਪਾਂ 1/5 ਪਾਰਟ ਹੀ ਉਹ ਯੂਜ਼ ਕਰਦਾ ਹੈ। ਹੁਣ ਇਹਦੇ ਵਿੱਚ ਰਾਜੇ 2-3 ਕੁਐਸਚਨ ਤੁਹਾਡੇ ਸਾਹਮਣੇ ਆਉਂਦੇ ਨੇ ਕਿ ਇਹ ਗੱਲ ਕਿਹਨੇ ਕਹੀ ਕਿ ਜਿਹੜਾ ਮੈਨ ਆਦਤਨ ਸਿਰਫ ਥੋੜ੍ਹਾ ਜਿਹਾ ਹਿੱਸਾ ਹੀ ਯੂਜ਼ ਕਰਦਾ ਹੈ। ਇਹ ਕਿਹਨੇ ਕਹੀ? ਵਿਲੀਅਮ ਜੇਮਸ ਨੇ ਕਹੀ। ਫਿਰ ਇਹ ਕਿੰਨੀ ਪਾਵਰ ਦਾ ਐਵਰੇਜ ਮੈਨ ਯੂਜ਼ ਕਰਦਾ? 1/5 ਪਾਰਟ। ਕਿੰਨੀ? ਹੁਣ ਇਹ ਤਾਂ ਸਾਨੂੰ ਪਤਾ ਲੱਗ ਕੇ 1/5 ਪਾਰਟ ਯੂਜ਼ ਕਰਦਾ ਜਾਂ 20% ਪਾਰਟ ਯੂਜ਼ ਕਰਦਾ, ਪਰੰਤੂ ਕਈ ਵਾਰੀ ਉਲਟਾ ਵੀ ਕੁਐਸਚਨ ਆ ਸਕਦਾ ਕਿੰਨਾ ਯੂਜ਼ ਨਹੀਂ ਕਰਦਾ, ਦੈਟ ਇਜ਼ 80%, 4/5 ਭਾਵ 4/5 ਹਿੱਸਾ ਯੂਜ਼ ਨਹੀਂ ਕਰਦਾ। ਨੋਰਮਨ ਵਿੰਸੈਂਟ ਪੀਲ ਕਹਿੰਦੇ ਜੇਕਰ ਜਿਹੜਾ ਇਹ ਸਿਰਫ ਇਨਸਾਨ 20% ਯੂਜ਼ ਕਰਦਾ, ਇਸ ਨੂੰ 50% ਵਧਾ ਦਿੱਤਾ ਜਾਵੇ, ਭਾਵ ਜਿਹੜਾ ਇਨਸਾਨ ਉਸ ਨੂੰ 50% ਯੂਜ਼ ਕਰਨ ਲੱਗ ਜਾਵੇ, ਤਾਂ ਫਿਰ ਕੀ ਹੋਏਗਾ? ਨੈਚੁਰਲ ਗੱਲ ਆ, ਫਿਰ ਲਗਭਗ ਹਰੇਕ ਇਨਸਾਨ ਆਪਣੀਆਂ ਪ੍ਰੋਬਲਮਸ ਨੂੰ ਹੱਲ ਕਰ ਲਏਗਾ ਅਤੇ ਉਹ ਇੱਕ ਕਾਮਯਾਬ ਹੋ ਜਾਏਗਾ। ਅਸਲ ਵਿੱਚ ਗੱਲ ਕੀ ਹੁੰਦੀ ਹੈ? ਇਹ ਕਹਿੰਦੇ ਨੇ ਕਿ ਹਰੇਕ ਇੰਡੀਵਿਜੂਅਲ ਦੇ देयर इज़ ए ग्रेट रिजर्वियर ऑफ अनयूज्ड पावर। हरेक इंडिविजुअल के कोल एक अनयूज्ड पावर स्टोर पई रहिंदी है जिहड़ी कोई यूज़ नहीं करता। नॉर्मन विंसेंट पील कहते हैं कि इस पावर्स नूं तुसीं यूज़ करो। वो एक उदाहरण भी दिंदे ने कि भी इहदे विच ताला लाओ, ठीक है, इनू खोलो, ठीक है, तो इसनूं तुसीं यूज़ करो, फिर तुहाडीआं सारियां समस्यावां हल हो जाणगीआं। ते अगे की कह रहे ने ओह कहते जेकर तुसीं इस पावर नूं यूज़ करोगे तो जिहड़ियां वीक परसनैलिटीज़ ने वो स्ट्रोंग हो जाणगीआं, डिवाइडिड परसनैलिटीज़ यूनीफाइड हो जाणगीआं। डिवाइडिड परसनैलिटीज़ की हुंदियां ने? डिवाइडिड परसनैलिटीज़ नूं असीं कह सकते हैं कि मैंटल जां सैकट्रिक तौर पर डिसऑर्डर परसनैलिटीज़ ने ਜਿਹੜੀਆਂ सही राह ते नहीं जांदियां, ਜਿਹੜੀਆਂ मतलब वंडियां, ਜਿਹੜੀਆਂ ਆਪਣੀਆਂ पावर्स नूं वंडिया पिया जिन्हां ने, ठीक है, वो यूनीफाइड हो जाए। यूनीफाइड भाव जी कि एक स्टडी रेट नाल एक समूथली डिवेलपमेंट होंदी रहिंदी है जिहड़ी परसनैलिटीज़ दी, उसनूं कहंदे यूनीफाइड परसनैलिटीज़ दे विच हर्ट माइंड्स कैन बी हील्ड। जिहड़े हर्ट माइंड्स ने वो हील्ड हो जाणगे, भाव जिहड़े लोग कामयाब नहीं हैगे जे आपां लईए तां ओह कामयाब हो जाणगे। इस तरह सीक्रेट ऑफ पीस एंड पॉइस अटेंड, इस तरह जिहड़ा कि शांति दा अते संतुलन दा जिहड़ा सीक्रेट है वो सानूं अटेंड हो जाएगा। अगला जिहड़ा थर्ड पॉइंट हैगा द इस्केप फ्रॉम फीयर, डर तो छुटकारा। ये भी ਇਹਦੀ भी शुरुआत नॉर्मन विंसेंट पील, मैं बार बार बेटे ना तां लै रहा भी थोड़े नॉर्मन विंसेंट पील ये नाम याद हो जाए, ठीक है। ਇਹਦੀ शुरुआत कर रहे हैं गिलबर्ट चेस्टरटन के द्वारा तो शुरू कर रहे हैं कि जिहड़े प्रीचर सन ये कहते हैं जेकर मैनूं एक सरमन एक उपदेश देने का मौका मिले तो मैं एक ही उपदेश देवांगा, वो होएगा डर दे विरुद्ध। हुण नॉर्मन विंसेंट पील कहते हैं कि भी एडे वड्डे लेखक ने गिलबर्ट चेस्टरटन ने यह गल क्यों कही। इत्थे एक शॉर्ट क्वेश्चन भी बच्चों बन जाता कि यह गल किने कही सी कि जेकर मैनूं एक ही उपदेश देना पवे तो मैं डर दे विरुद्ध देवांगा, वो कही सी गिलबर्ट चेस्टरटन ने, ठीक है, ये याद रखियो। तो नॉर्मन विंसेंट पील कहते हैं कि एडे वड्डे लेखक नूं ये गल क्यों कहनी पई। असल विच गल ये है कि जिहड़ा डर है ये सानूं हरेक दे तरक्की दे विच रुकावट पैदा करता। इन्हां ने कई तरह के डरां की गल कीती है, जिस तरह के फाइनैंशियल डर हो गया, साडा फाइनैंशियल फीयर हो गया, इल हैल्थ का डर हो गया, साडे पहले लए फैसलियां दे सिट्टियां का डर हो गया। इस तरह कई डर की गल करते हैं इस लैसन दे विच ये। तो ये कहते हैं कि जिस बंदे नूं डर लग्या होवे किसी चीज़ का तो वह अपनी पावर्स नूं कंट्रोल एंड कंसोलीडेट नहीं कर सकता। देखो शुरुआत दे विच की गल कही सी कि एवरेज मैन फेल क्यों हो जाता है, क्योंकि वह अपनी पावर्स नूं कंट्रोल ते कंसोलीडेट नहीं कर सकता। एक डर भी एक इहो जी चीज़ है जिहड़ी साडी पावर्स नूं कंट्रोल करन तो रोकदा है। इस करके जरूरी है कि सानूं डर तो छुटकारा पाउणा चाहीदा है। तो ये गल ये कहते हैं कि जिहड़ा डर है, डर सारिਆਂ ਦੀ एक कॉमन प्रॉब्लम आ साडे दे लई। ते ये गल ये कहते हैं कि
डर वास्ते ਜਿਹੜੇ ਬਾਕੀ ਲੋਕ ਨੇ ਤੁਹਾਡੀ ਹੈਲਪ ਕਰ ਸਕਦੇ ਨੇ, ਪਰੰਤੂ ਡਰ ਤੋਂ ਜੇ ਛੁਟਕਾਰਾ ਪਾਉਣਾ ਪਊਗਾ ਤੁਹਾਨੂੰ ਖੁਦ ਨੂੰ ਹੀ ਪਾਉਣਾ ਪਊਗਾ। ਭਾਵ ਇੱਕ ਡਰ ਇਹੋ ਜਿਹੀ ਚੀਜ਼ ਆ ਜਿਹੜੀ ਦੂਜਿਆਂ ਦੇ ਕਹਿਣ 'ਤੇ ਨਹੀਂ ਤੁਹਾਡੇ ਦਿਮਾਗ 'ਚੋਂ ਨਿਕਲਦੀ ਹੈਗੀ। ਇਹ ਜੇ ਤੋਂ ਤੁਸੀਂ ਛੁਟਕਾਰਾ ਪਾਉਣਾ ਤਾਂ ਤੁਸੀਂ ਨੇ ਖੁਦ ਹੀ ਇਸ ਤੇ ਇਹ ਤੋਂ ਛੁਟਕਾਰਾ ਪਾਉਣਾ ਪਊਗਾ। ਯੂ ਮਸਟ ਡੂ ਇਟ ਯੂਅਰ ਸੈਲਫ, ਤੁਹਾਨੂੰ ਇਹ ਖੁਦ ਹੀ ਕਰਨਾ ਪਊਗਾ। ਓਕੇ, ਅਦਰ ਵਿਲ ਹੈਲਪ ਯੂ, ਬਾਕੀ ਤੁਹਾਡੀ ਅਦਰ ਮੇ ਹੈਲਪ ਯੂ ਬਟ ਅਲਟੀਮੇਟਲੀ ਯੂ ਮਸਟ ਡੂ ਇਟ ਯੂਅਰ ਸੈਲਫ। ਬਾਕੀ ਤੁਹਾਡੀ ਮਦਦ ਕਰ ਸਕਦੇ ਨੇ, ਪਰੰਤੂ ਤੁਹਾਨੂੰ ਖੁਦ ਹੀ ਕਰਨਾ ਪਊਗਾ। ਉਸ ਤੋਂ ਬਾਅਦ ਇਹ ਡਰ ਦੇ ਸਟੈਪ ਦੱਸਦੇ ਨੇ ਡਰ ਤੋਂ ਛੁਟਕਾਰਾ ਪਾਉਣ ਦਾ। ਕਹਿੰਦੇ ਇਹਦੇ ਅਗੇਂਸਟ ਤੁਸੀਂ ਨੇ ਇੱਕ ਕੰਪੇਨ ਸ਼ੁਰੂ ਕਰਨੀ ਹੈ। ਠੀਕ ਹੈ, ਭਾਵ ਕੀ ਕੰਪੇਨ ਕੀ ਹੈ ਕਿ ਤੁਸੀਂ ਇਹਦੇ ਜਿਹੜੀ ਚੀਜ਼ ਤੋਂ ਤੁਸੀਂ ਡਰਦੇ ਹੋ ਉਹਦੇ ਬਾਰੇ ਪੂਰੀ ਨੌਲੇਜ ਗੈਟ ਕਰਨੀ ਹੈ। ਫਿਰ ਤੁਸੀਂ ਨੇ ਬ੍ਰਿੰਗ ਦੈਮ ਆਊਟ ਇਨਟੂ ਲਾਈਟ ਆਫ ਡੇ, ਭਾਵ ਲਾਈਟ ਆਫ ਡੇ ਤੋਂ ਭਾਵ ਦਾ ਮਤਲਬ ਇਹੀ ਹੈ ਕਿ ਉਸ ਨੂੰ ਉਹਦੇ ਬਾਰੇ ਤੁਸੀਂ ਪੂਰੀ ਜਾਣਕਾਰੀ ਲੈ ਕੇ ਜਿਸ ਤਰ੍ਹਾਂ ਕੋਈ ਚੀਜ਼ ਲਾਈਟ ਤੋਂ ਭਾਵ ਚਾਨਣ, ਜਿਹਦੇ ਬਾਰੇ ਸਾਨੂੰ ਸਭ ਸਾਫ਼ ਨਜ਼ਰ ਆਉਣ ਲੱਗ ਜਾਂਦਾ, ਭਾਵ ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ। ਨੈਚੁਰਲ ਗੱਲ ਆ ਉਹ ਆਪਣੇ ਆਪ ਹੀ ਖਤਮ ਹੋ ਜਾਏਗਾ। ਇਹ ਗੱਲ ਅੱਗੇ ਕਹਿੰਦੇ ਨੇ ਕਿ ਜਿਹੜਾ ਡਰ ਹੁੰਦਾ ਇੱਕ ਭੂਤ ਦੀ ਤਰ੍ਹਾਂ ਹੁੰਦਾ, ਹਨੇਰੇ 'ਚ ਸਾਨੂੰ ਡਰਾਉਂਦਾ, ਅਤੇ ਪਰੰਤੂ ਜੇਕਰ ਅਸੀਂ ਇਸ ਨੂੰ ਦਿਨ ਦੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਡਰ ਨਹੀਂ ਲੱਗਦਾ। ਇਹੀ ਗੱਲ ਹੈ ਕਿ ਹਨੇਰੇ ਤੋਂ ਭਾਵ ਕੀ ਹੈ, ਜਦੋਂ ਸਾਨੂੰ ਡਰ ਦੇ ਬਾਰੇ ਨੌਲੇਜ ਨਹੀਂ ਹੁੰਦੀ ਤਾਂ ਉਹਨੂੰ ਅਸੀਂ ਸਮਝਦੇ ਹਾਂ ਕਿ ਹਨੇਰਾ ਹੈ, ਅਤੇ ਜਦੋਂ ਸਾਨੂੰ ਨੌਲੇਜ ਹੋ ਜਾਂਦੀ ਹੈ, ਭਾਵ ਹੋ ਜਾਂਦਾ ਹੈ, ਫਿਰ ਸਾਨੂੰ ਉਹ ਤੋਂ ਡਰ ਲੱਗਣਾ ਘੱਟ ਜਾਂਦਾ, ਭਾਵ ਅਸੀਂ ਉਹ ਤੋਂ ਡਰਨਾ ਹਟ ਜਾਂਦੇ ਹਾਂ। ਇਸ ਤਰ੍ਹਾਂ ਹੀ ਇਹ ਡਰ ਕਹਿੰਦੇ ਨੇ ਵੀ ਓਡਾ ਡਰ ਨਹੀਂ ਹੁੰਦਾ ਜਿੱਦਾਂ ਅਸੀਂ ਸੋਚਦੇ ਹੁੰਦੇ ਹਾਂ, ਅਤੇ ਇਹ ਹੁੰਦੀ ਛੋਟੀ ਜਿਹੀ ਚੀਜ਼ ਆ, ਪਰੰਤੂ ਸਾਨੂੰ ਬਹੁਤ ਵੱਡਾ ਲੱਗਣ ਲੱਗ ਜਾਂਦਾ। ਇਹ ਇੱਕ ਫਰੋਗ ਦੀ ਉਦਾਹਰਨ ਦਿੰਦੇ ਨੇ ਕਿ ਜਦੋਂ ਛੱਪੜ ਦੇ ਵਿੱਚ ਇੱਕ ਫਰੋਗ ਬੋਲਦਾ ਤਾਂ ਸਾਨੂੰ ਐਂ ਲੱਗਦਾ ਜਿਵੇਂ 100 ਬੋਲਦੇ ਹੁੰਦੇ ਨੇ, ਬੋਲਦਾ ਸਿਰਫ ਇੱਕ ਹੁੰਦਾ। ਇਹੀ ਹਾਲ ਡਰ ਦਾ ਹੁੰਦਾ ਛੋਟਾ ਜਿਹਾ, ਲੱਗਦਾ ਵੱਡਾ ਹੁੰਦਾ। ਇੱਦਾਂ ਇੱਕੋ ਆਪਣੀ ਐਗਜ਼ਾਮਪਲ ਦਿੰਦੇ ਨੇ ਕਿ ਮੈਂ ਆਪਣੇ ਘਰ ਇਕੱਲਾ ਸੀ ਅਤੇ ਮੈਨੂੰ ਇੱਦਾਂ ਲੱਗਾ ਕਿ ਪੋਰਚ ਦੇ ਵਿੱਚ ਕੁਝ ਆਵਾਜ਼ਾਂ ਆ ਰਹੀਆਂ ਨੇ, ਭਾਵ ਇੰਟਰੂਡਰਸ, ਭਾਵ ਘੁਸਪੈਠੀ ਆ ਗਏ। ਅਤੇ ਲੇਖਕ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਕਿਉਂਕਿ ਉਸ ਏਰੀਏ ਦੇ ਵਿੱਚ ਇੱਕ ਮਰਡਰ ਵੀ ਹੋ ਕੇ ਹਟਿਆ ਸੀ, ਇਸ ਕਰਕੇ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ। ਅਤੇ ਮੈਂ ਆਪਣੀ ਕੁਰਸੀ ਤੋਂ ਹਿੱਲ ਨਹੀਂ ਸੀ ਪਾ ਰਿਹਾ, ਪਰੰਤੂ ਮੈਂ ਬੜੇ ਹੀ ਦਲੇਰੀ ਦੇ ਨਾਲ 1 ਲੱਖ ਜਦੋਂ ਦਰਵਾਜ਼ਾ ਖੋਲ੍ਹਿਆ ਉੱਥੇ ਕੁਝ ਵੀ ਨਹੀਂ ਸੀ, ਇੱਕ ਚਿਪਮੰਕ ਸੀ ਜਿਹੜੀ ਕਿ ਚਲੀ ਗਈ ਮੇਰੇ ਤੋਂ ਡਰ ਕੇ। ਪਰ ਪਹਿਲਾਂ ਇੰਨਾ ਡਰਿਆ, ਡਰ ਬਿਲਕੁਲ ਛੋਟਾ ਜਿਹਾ ਸੀ। ਲੇਖਕ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਬੱਚੇ ਮੋਟੀਵੇਟ ਕਰਦੇ ਨੇ ਕਿ ਡਰ ਤੋਂ ਸਾਨੂੰ ਇੰਨਾ ਘਬਰਾਉਣਾ ਨਹੀਂ ਚਾਹੀਦਾ, ਇਹ ਐਡਾ ਵੱਡਾ ਨਹੀਂ ਹੁੰਦਾ ਇਹ। ਅਤੇ ਜੇਕਰ ਤੁਹਾਨੂੰ ਡਰ ਨੇ ਫੜਿਆ ਹੋਇਆ, ਕਿਸੇ ਵੀ ਕਿਸਮ ਦਾ ਡਰ ਆ, ਚਾਹੇ ਉਹ ਤੁਹਾਡੇ ਪਿਛਲੇ ਨਤੀਜਿਆਂ ਦਾ ਡਰ ਹੈ, ਚਾਹੇ ਤੁਹਾਡੀ ਇਲ ਹੈਲਥ ਦਾ ਡਰ ਹੈ, ਤਾਂ ਤੁਹਾਡੀ ਉਹ ਤਰੱਕੀ ਦੇ ਵਿੱਚ ਇੱਕ ਓਬਸਟੈਕਲ ਹੈ, ਇੱਕ ਰੁਕਾਵਟ ਹੈ। ਤੁਹਾਨੂੰ ਇਸ ਤਰ੍ਹਾਂ ਦੇ ਡਰਾਂ ਤੋਂ ਦੂਰ ਰਹਿਣਾ ਚਾਹੀਦਾ। 4th ਪਾਰਟ ਦੀ ਗੱਲ ਕਰਦੇ ਨੇ ਫੇਥ ਇਨ ਹਿਮ। ਬੱਚੇ ਤੁਸੀਂ ਕਿਤਾਬ 'ਤੇ ਦੇਖੋ, H ਵੱਡੀ ਹੈ, ਇਹ ਤੋਂ ਭਾਵ ਕੀ ਹੈ? ਗੋਡ, ਪਰਮਾਤਮਾ ਦੇ ਵਿੱਚ ਭਰੋਸਾ। ਮੈਂ ਤੁਹਾਨੂੰ ਬੱਚਿਓ ਦੱਸਦੇ ਹਾਂ, ਜਿਹੜੇ ਨੋਰਨ ਵਿੰਸੈਂਟ ਪੀਲ ਸਨ, ਇਹ ਪਰਮਾਤਮਾ ਵਿੱਚ ਕਾਫੀ ਵਿਸ਼ਵਾਸ ਕਰਦੇ ਸਨ। ਜੇਕਰ ਅਸੀਂ ਇਹਨਾਂ ਦੀ ਜਿਹੜੀ ਬੁੱਕ ਹੈ ਦਾ ਨਿਊ ਅਪਰੋਚ ਜਿਹੜੀ ਬੁੱਕ ਹੈ ਨਿਊ ਆਰਟ ਆਫ ਲਿਵਿੰਗ ਹੈ, ਇਹਦੇ ਵਿੱਚ ਇਹ ਕਾਫੀ ਇਹੋ ਜਿਹੀਆਂ ਐਗਜ਼ਾਮਪਲਾਂ ਦਿੰਦੇ ਨੇ ਕਿ ਵੀ ਕੋਈ ਬੰਦਾ ਬਿਮਾਰ ਸੀ, ਉਹ ਬਾਈਬਲ ਰੀਡ ਕਰਨ ਲੱਗ ਗਿਆ, ਉਹ ਠੀਕ ਹੋ ਗਿਆ। ਕੋਈ ਪਰਮਾਤਮਾ ਦਾ ਆਉਣ ਲੱਗ ਗਿਆ, ਉਹਦਾ ਬਿਜ਼ਨਸ ਵਧੀਆ ਚੱਲਣ ਲੱਗ ਗਿਆ। ਕਹਿਣ ਦਾ ਮਤਲਬ ਇਹ ਜਿਹੜੇ ਪਰਮਾਤਮਾ ਦੇ ਵਿਸ਼ਵਾਸ ਦੇ ਵਿੱਚ ਕਾਫੀ ਲੋਕਾਂ ਨੂੰ ਮੋਟੀਵੇਟ ਕਰਦੇ ਨੇ ਕਿ ਸਾਨੂੰ ਪਰਮਾਤਮਾ 'ਚ ਵਿਸ਼ਵਾਸ ਰੱਖਣਾ ਚਾਹੀਦਾ। ਇੱਥੇ ਵੀ ਇੱਕ ਜਪੈਨਿਸ ਪ੍ਰੀਚਰ ਨੇ ਕਗਾਵਾ ਜੀ, ਉਹਦੇ ਨਾਲ ਇਹ ਗੱਲ ਸ਼ੁਰੂ ਕਰਦੇ ਨੇ। ਇਹ ਜਿਹੜਾ ਸੋਸ਼ਲ ਵਰਕਰ ਸੀ, ਇਹ ਵੀ ਇੱਕ ਛੋਟਾ ਸ਼ਾਰਟ ਕੁਐਸਚਨ ਹੈ ਕਿ ਕਗਾਵਾ ਜੀ ਕਿੱਥੇ ਦੇ ਰਹਿਣ ਵਾਲੇ ਸਨ? ਇਹ ਜਾਪਾਨ ਦੇ ਰਹਿਣ ਵਾਲੇ ਸਨ। ਕੌਣ ਸਨ? ਸੋਸ਼ਲ ਵਰਕਰ ਸਨ ਇਹ। ਅਤੇ ਇਹਨਾਂ ਬਾਰੇ ਦੱਸਦੇ ਨੇ ਕਿ ਇਹਨਾਂ ਦੇ ਚਿਹਰੇ ਦੇ ਵਿੱਚ ਇੰਨੀ ਸ਼ਾਂਤੀ, ਇਹਨਾਂ ਦੀ ਇਨਰ ਸਟਰੈਂਥ ਦੇਖ ਕੇ, ਇਹਨਾਂ ਦਾ ਕੌਨਫੀਡੈਂਸ ਦੇਖ ਕੇ ਮਤਲਬ ਸਾਰੇ ਹੈਰਾਨ ਹੋ ਗਏ। ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ 'ਤੇ ਇੰਨੀ ਸ਼ਾਂਤੀ, ਇੰਨਾ ਕੌਨਫੀਡੈਂਸ ਇਹ ਕਿਵੇਂ ਹੈ? ਤਾਂ ਉਹਨਾਂ ਨੇ ਦੱਸਿਆ ਕਿ ਮੈਂ ਲੰਬਾ ਸਮਾਂ ਉਸ ਪਰਮਾਤਮਾ ਦੇ ਵਿੱਚ ਲੀਨ ਰਿਹਾ, ਜਿਸ ਦੇ ਕਾਰਨ ਮੈਨੂੰ ਇਹ ਪ੍ਰੋਫਾਊਂਡ ਕਾਮ ਆ, ਜਿਹੜਾ ਇਹ ਇਨਰ ਸ਼ਾਂਤੀ ਹੈ ਜਿਹੜੀ ਇਹ ਮਿਲੀ ਹੈ, ਜਿਹੜੀ ਭਾਵ ਨਾ ਮਿਟਣ ਵਾਲੀ ਸ਼ਾਂਤੀ ਮਿਲੀ ਹੈ। ਹੁਣ ਚਾਹੇ ਮੇਰੇ 'ਤੇ ਕਿਹੜਾ ਇਹ ਕਹਿੰਦੇ ਨੇ ਕਗਾਵਾ ਜੀ ਵੀ ਚਾਹੇ ਮੇਰੇ 'ਤੇ ਹੁਣ ਕਿੱਡਾ ਮਰਜ਼ੀ ਦੁੱਖ ਆ ਜਾਵੇ, ਪਰ ਮੇਰੀ ਜਿਹੜੀ ਇਹ ਇਨਰ ਸ਼ਾਂਤੀ ਹੈ ਕਦੇ ਭੰਗ ਨਹੀਂ ਹੋ ਸਕਦੀ।
ਐਂਡ ਵਾਲੇ ਪਹਿਰੇ ਤੇ ਨੋਰਮਨ ਵੀਸੈਂਟ ਕਹਿੰਦੇ ਵੀ ਅਸਲ ਵਿੱਚ ਰੀਅਲ ਇਸਕੇਪ ਫਰੋਮ ਫੀਅਰ, ਅਸੀਂ ਅਸਲ ਡਰ ਦੇ ਵਿੱਚੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਹਾਂ। ਉਹ ਕਹਿੰਦੇ ਨੇ ਕਿ ਸਾਨੂੰ ਉਸ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ, ਸਾਨੂੰ ਇਹ ਸੋਚਣਾ ਚਾਹੀਦਾ ਕਿ ਉਹ ਹਮੇਸ਼ਾ ਸਾਡੇ ਨਾਲ ਹੈ, ਉਹਦਾ ਹੱਥ ਸਾਡੇ 'ਤੇ ਹੈ, ਠੀਕ ਹੈ, ਉਹ ਸਾਨੂੰ ਹਮੇਸ਼ਾ ਦੇਖ ਰਿਹਾ ਹੈ। ਜੇਕਰ ਅਸੀਂ ਇਹ ਸੋਚ ਬਣਾ ਕੇ ਰੱਖੀਏ ਤਾਂ ਅਸੀਂ ਹਮੇਸ਼ਾ ਡਰ ਤੋਂ ਛੁਟਕਾਰਾ ਪਾ ਸਕਦੇ ਹਾਂ। ਬੱਚਿਓ ਇਹ ਆਪਣਾ ਲੈਸਨ ਹੈ, ਇਹ ਕੰਪਲੀਟ ਹੋ ਗਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਆਇਆ ਹੋਵੇਗਾ। ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਬੈਲ ਆਈਕਨ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਡੇ ਲਵੇ ਹਰੇਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ। ਥੈਂਕ ਯੂ।